बिस्मिल्लाहिर्रहमानिर्रहीम अस्सलाम वालेकुम। मैं मुहम्मद इरफान शाकर किसान टिप्स चैनल ਦੇ ਨਾਲ ਤੁਹਾਡੇ ਨਾਲ ਫਿਰ ਇੱਕ ਦਫਾ ਪਾਰਟ 2 ਵਿੱਚ ਹਾਜ਼ਰ ਹਾਂ। ਅੱਜ ਦੀ ਵੀਡੀਓ ਮੈਂ ਆਪਣੀ ਟੀਮ ਦੇ ਨਾਲ ਇਸ ਲਈ ਬਣਾ ਰਿਹਾ ਕਿ ਇਹਦੇ ਵਿੱਚ ਤੁਹਾਨੂੰ ਮੈਂ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਅਸੀਂ ਸ਼ਾਖਾਂ ਕੱਟੀਆਂ, ਇਸ ਲਾਈਨ ਨੂੰ ਰਿਮੂਵ ਕਰਕੇ ਅਸੀਂ ਸ਼ਾਖਾਂ ਨੂੰ ਉਹਦਾ ਰਿਜ਼ਲਟ ਲਿਆ। ਉਹਦੇ ਰਿਜ਼ਲਟ ਦੇ ਉੱਤੇ ਜੋ ਕੋਈ ਸਾਨੂੰ ਹਾਸਲ ਹੋਇਆ ਸੀ ਉਹ ਵੀ ਤੁਹਾਨੂੰ ਸ਼ੇਅਰ ਕੀਤਾ ਤੁਹਾਡੇ ਨਾਲ। ਔਰ ਅੱਜ ਅਸੀਂ ਉਹ ਤਰੀਕਾਕਾਰ ਦੱਸਾਂਗੇ ਤੁਹਾਨੂੰ ਜਿਹੜਾ ਅਸੀਂ ਇਸ ਲਾਈਨ ਤੇ ਅਪਣਾਇਆ ਤੇ ਉਹਦੇ 'ਚ ਸਾਨੂੰ ਜਿਹੜਾ ਹਾਸਲ ਹੋਇਆ, ਉਹਦੇ ਵਿੱਚ ਜਿਹੜਾ ਰਿਜ਼ਲਟ ਮਿਲੇਗਾ। ਇਸ ਮੌਸਮ ਦੀਆਂ ਬਦਲਦੀਆਂ ਹੋਈਆਂ ਕੰਡੀਸ਼ਨਾਂ ਦੇ ਨਾਲ ਅਸੀਂ ਚੱਲਣਾ ਪਏਗਾ ਸਾਨੂੰ, ਕਿਉਂਕਿ ਪਿਛਲੇ 2 ਸਾਲ ਤੋਂ ਜਾਂ ਤਾਂ ਬਹੁਤ ਜ਼ਿਆਦਾ ਮਾਰਚ ਗਰਮ ਹੋ ਜਾਂਦਾ ਹੈ ਤੇ ਜਾਂ ਫਿਰ ਬਿਲਕੁਲ ਠਰ ਜਾਂਦਾ ਹੈ। ਤੇ ਇਸ ਦਫਾ ਕੀ ਹੋਇਆ ਕਿ ਮਾਰਚ ਦੇ ਵਿੱਚ ਬਹੁਤ ਜ਼ਿਆਦਾ ਠੰਡ ਪਈ ਹੈ, ਬਲਕਿ ਅਪ੍ਰੈਲ ਵੀ ਸਾਡਾ ਮਾਰੀ ਤਰ੍ਹਾਂ ਗੁਜ਼ਰਿਆ। ਅਸੀਂ ਇਸ ਪੌਦੇ ਨੂੰ ਲੱਗੇ ਹੋਏ ਫਲ ਦੇ ਉੱਤੇ ਇਹਦੀ ਸ਼ਾਖ ਤਰਾਸ਼ੀ ਕਰਾਂਗੇ, ਇਹਦੀ ਵਾਟਰ ਸ਼ੂਟ ਦੀ ਪੁਰਨੀ ਕਰਾਂਗੇ, ਲੇਕਿਨ ਉਹਦੇ ਵਾਸਤੇ 4-5 ਇਹਤਿਆਤਾਂ ਜ਼ਰੂਰੀ ਹੈ। ਸਭ ਤੋਂ ਪਹਿਲੀ ਇਹਤਿਆਤ ਕਿ ਤੁਸੀਂ ਪੌਦੇ ਨੂੰ ਜਦੋਂ ਟੱਚ ਕਰਨਾ ਵਾ, ਇਹਨੂੰ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਲਿਫਾਉਣਾ ਨਹੀਂ ਤਾਂ ਕਿ ਫਲ ਵਾਲੀ ਸ਼ਾਖ ਤੁਹਾਡੀ ਮੁਤਾਸਰ ਨਾ ਹੋਵੇ। ਦੂਸਰਾ ਸਟੈਪ ਕਿ ਤੁਹਾਡੇ ਕੋਲ ਜਿਹੜਾ ਕਟਰ ਆ, ਔਜ਼ਾਰ ਆ, ਉਹ ਬਿਲਕੁਲ ਤੇਜ਼ਧਾਰ ਹੋਣਾ ਚਾਹੀਦਾ ਵਾ। ਉਹ ਬਿਲਕੁਲ ਸ਼ਾਖ ਨੂੰ ਚਬਾਵੇ ਨਾ, ਉਹਨੂੰ ਚਿੱਥੇ ਨਾ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ ਕਿ ਉਹ ਚਬਾਏਗਾ ਸਾਡੀ ਸ਼ਾਖ ਵਿੱਚ ਦਰਾੜ ਆਏਗੀ। ਫਲ ਲੱਗਾ ਹੋਇਆ ਵਾ, ਬੈਕਟੀਰੀਅਲ ਬਲਾਈਟ ਦਾ ਆਗਾਜ਼ ਹੋ ਜਾਏਗਾ, ਫਿਰ ਸਾਡੇ ਫਲ ਤੇ ਕਨਵਰਟ ਹੋ ਜਾਏਗਾ, ਫਲ ਸਾਡਾ ਫਟ ਕੇ ਗਿਰ ਜਾਏਗਾ ਔਰ ਨੁਕਸਾਨ ਹੋਏਗਾ। ਦੌਰਾਨੇ ਫਰੂਟਿੰਗ ਜਦੋਂ ਵੀ ਅਸੀਂ ਸ਼ਾਖ ਤਰਾਸ਼ੀ ਕਰਨੀ ਹੈ, ਉਹਦਾ ਪਹਿਲਾ ਜੋਜ਼ ਹੈ ਕਿ ਤੁਹਾਡੇ ਕੋਲ ਤੁਹਾਡਾ ਔਜ਼ਾਰ ਸਾਫ਼ ਸੁਥਰਾ ਫੰਜੀਸਾਈਡ ਲੱਗਾ ਹੋਣਾ ਚਾਹੀਦਾ। ਅਗਰ ਤੁਹਾਡੇ ਕੋਲ ਫੰਜੀਸਾਈਡ ਅਵੇਲੇਬਲ ਨਹੀਂ ਹੈ ਤੇ ਤੁਸੀਂ ਸਪਰਿਟ ਇੱਕ ਸ਼ਾਵਰਨੁਮਾ ਬੋਤਲ ਲੈ ਲਓ, ਉਹਦੇ ਸਪਰਿਟ ਪਾਓ ਹਰ ਪੌਦੇ ਦੀ ਕਟਿੰਗ ਤੋਂ ਬਾਅਦ ਜਾਂ ਹਰ ਲਾਈਨ ਦੀ ਕਟਿੰਗ ਤੋਂ ਬਾਅਦ ਇੱਥੇ ਸ਼ਾਵਰਿੰਗ ਕਰੋ ਸਪਰਿਟ ਦੀ, ਤਾਂ ਕਿ ਉਹਦੇ ਨਾਲ ਜੋ ਵੀ ਜਰਾਸੀਨ ਅੱਗੇ ਪੌਦੇ ਨਾਲ ਕਨਵਰਟ ਨਾ ਹੋਣ, ਅੱਗੇ ਸ਼ਿਫਟ ਨਾ ਹੋਣ। ਤੇ ਅਸੀਂ ਇਹਨਾਂ ਚੀਜ਼ਾਂ ਨੂੰ ਅਗਰ ਫਾਲੋ ਕਰਦਿਆਂ ਹੋਇਆ ਪੌਦੇ ਦੇ ਲੱਗੇ ਫਲ ਦੇ ਉੱਤੇ ਵੀ ਅਗਰ ਕਟਿੰਗ ਕਰਾਂਗੇ ਤਾਂ ਫਿਰ ਕੋਈ ਮਸਲਾ ਨਹੀਂ ਹੋਗਾ। ਤੀਸਰੀ ਗੱਲ ਹੈ ਕਿ ਜੋ ਹੀ ਅਸੀਂ ਕਟਿੰਗ ਕਰਦੇ ਜਾਣਾ ਹੈ ਤੇ ਕਟਿੰਗ ਤੋਂ ਫੌਰੀ ਬਾਅਦ ਇਹਦੇ ਵਿੱਚ ਕਿ ਅੱਛੀ ਕਿਸਮ ਦੀ ਇਹਦੇ ਉੱਪਰ ਕੋਈ ਫੰਜੀਸਾਈਡ ਸਪਰੇਅ ਕਰਨੀ ਹੈ, ਜਿਹਦੇ ਵਿੱਚ ਮੈਂ 3-4 ਸਪਰੇਆਂ ਦਾ ਜ਼ਿਕਰ ਕਰਾਂਗਾ, ਜਿਹਦੇ ਵਿੱਚ ਮੌਸਮ ਦੀ ਕੰਡੀਸ਼ਨ ਨੂੰ ਦੇਖਦੇ ਹਾਂ। ਅਗਰ ਤੁਹਾਡਾ ਮੌਸਮ ਬਹੁਤ ਜ਼ਿਆਦਾ ਹਾਰਡ ਹੈ ਫਿਰ ਤੁਸੀਂ ਕਰੋਗੇ ਕਾਸੋਮਿਨ, ਜਿਹਦੇ ਵਿੱਚ ਐਕਟਿਵ ਜ਼ਹਿਰ ਗਸੂਕਾਮਾਈਸਿਨ ਹੈ। ਉਸ ਤੋਂ ਇਲਾਵਾ ਕੈਂਜ਼ੋ ਜਿਹਦੀ ਕਾਰਡੇਟ ਆ, ਉਹਦੇ ਵਿੱਚ ਐਕਟਿਵ ਜ਼ਹਿਰ ਗਸੂਕਾਮਾਈਸਿਨ ਹੈ। ਉਸ ਤੋਂ ਇਲਾਵਾ ਬਹੁਤ ਸਾਰੀ ਪ੍ਰਾਈਵੇਟ ਜਨੈਰਿਕ ਕੰਪਨੀਆਂ ਦੇ ਕੋਲੋਂ ਆ ਰਹੀ ਹੈ 2 ਮਿਕਸਚਰ, ਜਿਹਦੇ ਵਿੱਚ ਕਾਪਰ ਆਕਸੀਕਲੋਰਾਈਡ ਪਲੱਸ ਗਸੂਕਾਮਾਈਸਿਨ ਦੇ ਐਕਟਿਵ ਜ਼ਹਿਰ ਹੁੰਦੇ ਨੇ, ਮਿਲਾਪ ਹੁੰਦੇ ਨੇ, ਮਿਕਸਚਰ ਹੁੰਦੇ ਨੇ, ਉਹ ਵੀ ਤੁਸੀਂ ਕਰ ਸਕਦੇ ਨੇ। ਅਗਰ ਤੁਹਾਡਾ ਬਹੁਤ ਜ਼ਿਆਦਾ ਮੌਸਮ ਹਾਰਡ ਹੈ ਤੇ ਫਿਰ ਤੁਸੀਂ ਕਾਪਰ ਹਾਈਡਰੋਕਸਾਈਡ ਜਾਂ ਕਾਪਰ ਆਕਸੀਕਲੋਰਾਈਡ ਨਹੀਂ ਕਰਨੀ, ਫਿਰ ਤੁਸੀਂ ਗਸੂਕਾਮਾਈਸਿਨ ਕੋਈ ਵੀ ਪ੍ਰੋਡਕਟ ਲੈ ਕੇ ਤੁਸੀਂ ਗਸੂਕਾਮਾਈਸਿਨ ਜਾਂ ਬੈਕਟੀਰੀਅਲ ਬਲਾਈਟ ਅਟੈਕ ਨੂੰ ਰੋਕਣ ਵਾਸਤੇ ਜਿਹੜੇ ਪ੍ਰੋਡਕਟ ਮਾਰਕੀਟ 'ਚ ਅਵੇਲੇਬਲ ਨੇ ਉਹ ਤੁਸੀਂ ਕਰਨੇ ਨੇ। ਇਹ 3-4 ਚੀਜ਼ਾਂ ਇਹਤਿਆਤਾਂ ਕਰਕੇ ਤੁਸੀਂ ਲੱਗੇ ਫਲ ਤੇ ਵੀ ਸ਼ਾਖ ਤਰਾਸ਼ੀ ਕਰ ਸਕਦੇ ਹੋ। ਤੇ ਅਸੀਂ ਤੁਹਾਨੂੰ ਹੁਣ ਦੱਸਾਂਗੇ ਮੇਨ ਜੋਜ਼ ਦੀ ਤਰਫ ਆਉਂਦੇ ਆ ਕਿ ਅਸੀਂ ਕਿਹੜੀ ਸ਼ਾਖ ਨੂੰ ਛੱਡਣੇ ਆ ਤੇ ਕਿਹੜੀ ਸ਼ਾਖ ਨੂੰ ਅਸੀਂ ਇਹਨੂੰ ਕੱਟਣਾ ਵਾ, ਤਾਂ ਕਿ ਜਿਹੜਾ ਸਾਡਾ ਪੌਦਾ ਵਾ ਉਹ ਫਲ ਦੀ ਤਰਫ ਰਾਗਵ ਰਵੇ, ਵੈਜੀਟੇਟਡ ਗਰੋਥ ਨੂੰ ਛੱਡ ਦੇਵੇ ਔਰ ਸਾਡਾ ਫਲ ਦੀ ਤਰਫ ਆਵੇ। ਜਿਹਦਾ ਮੈਂ ਤਜਰਬਾ ਇਸ ਲਾਈਨ ਤੇ ਕੀਤਾ ਸੀ। ਇਸ ਲਾਈਨ ਦੇ ਉੱਤੇ ਅਸੀਂ ਵਾਟਰ ਸ਼ੂਟਾਂ ਨੂੰ ਰਿਮੂਵ ਕੀਤਾ, ਜਦ ਕਿ ਵਕਫਾ ਬਹੁਤ ਘੱਟ ਮਿਲਿਆ, ਉਸ ਦੇ ਬਾਵਜੂਦ ਇਹਦੇ ਉੱਤੇ ਫਲਾਵਰਿੰਗ ਆਈ ਹੈ। ਔਰ ਇਸ ਫਲਾਵਰਿੰਗ ਨੂੰ ਅਗਰ ਦੇਖਿਆ ਜਾਵੇ ਕਿ ਜਿੱਥੇ ਵਾਟਰ ਸ਼ੂਟਾਂ ਮੌਜੂਦ ਨੇ ਉੱਥੇ ਨਹੀਂ ਹੈਗੀ ਫਲਾਵਰਿੰਗ, ਔਰ ਇਹਨਾਂ ਪੌਦਿਆਂ ਤੇ ਫਰੂਟ ਆਲਰੇਡੀ ਪਹਿਲੋਂ ਹੀ ਸੀ ਮੌਜੂਦ ਸੀ। ਉਸ ਤੋਂ ਜ਼ਿੰਦਾ ਮਿਸਾਲ ਹੈ ਕਿ 4 ਪਲਾਂਟ ਜਿਹੜੇ ਆ ਮੈਂ ਬਹੁਤ ਦੇਰ ਪਹਿਲੋਂ ਕਟਾਈ ਕਰ ਦਿੱਤੀ ਸੀ, ਉਹਨਾਂ ਦੀਆਂ ਮੈਂ ਵਕਫੇ ਨਾਲ ਵਾਟਰ ਸ਼ੂਟਾਂ ਰਿਮੂਵ ਕਰਦਾ ਰਿਹਾ। ਔਰ ਵਾਟਰ ਸ਼ੂਟਾਂ ਰਿਮੂਵ ਕਰਨ ਦਾ ਰਿਜ਼ਲਟ ਇਹ ਮਿਲਿਆ ਕਿ ਇਹਦੇ ਤੇ ਵਾਟਰ ਸ਼ੂਟ ਦਾ ਅਟੈਕ ਘਟ ਰਿਹਾ ਔਰ ਇਹਦੇ ਤੇ ਫਲ ਦੀ ਤੁਸੀਂ ਤਾਦਾਦ ਦੇਖ ਸਕਦੇ ਹੋ। ਬਿਹਤਰੀਨ ਫਰੂਟਿੰਗ ਆਈ ਹੈ। ਛੋਟਾ ਬੜਾ ਸਾਈਜ਼ ਜ਼ਰੂਰ ਹੋਇਆ, ਮੌਸਮ ਦੇ ਫਲੈਕਚੁਏਸ਼ਨ ਦੀ ਵਜ੍ਹਾ ਨਾਲ, ਮੌਸਮ ਦਾ ਅਪ ਡਾਊਨ ਹੋਇਆ, ਉਹਦੀ ਵਜ੍ਹਾ ਨਾਲ ਇਹ ਛੋਟਾ ਬੜਾ ਫਲ ਨਜ਼ਰ ਆਏਗਾ, ਲੇਕਿਨ ਫਰੂਟਿੰਗ ਭਰਪੂਰ ਨਜ਼ਰ ਆਏਗੀ। ਤੇ ਆਓ ਅਸੀਂ ਚੱਲਦੇ ਹਾਂ ਆਪਣੇ ਅਸਲ ਮਕਸਦ ਵਾਸਤੇ, ਜਿਹਦੇ ਵਾਸਤੇ ਅਸੀਂ ਆਪਣੀ ਟੀਮ ਨੂੰ ਸਾਥ ਲੈ ਕੇ ਤੁਹਾਨੂੰ ਸਮਝਾਉਣ ਦਾ ਮਕਸਦ ਹੈ ਕਿ ਅਸੀਂ ਅਗਰ ਇਸ ਤਰ੍ਹਾਂ ਦਾ ਮੌਸਮ ਸਾਨੂੰ ਅਗਲਿਆਂ ਸਾਲਾਂ 'ਚ ਕਿਤੇ ਮਿਲ ਜਾਏ ਤੇ ਇਹ ਚੀਜ਼ ਅਸੀਂ ਅਪਲਾਈ ਕਰਕੇ ਆਪਣੇ ਆਪ ਨੂੰ ਇਸ ਪੌਦੇ ਤੇ ਫਰੂਟ ਦੇ ਉੱਤੇ ਲਿਆ ਸਕਦੇ ਹਾਂ। 2 ਚੀਜ਼ਾਂ ਅੱਲਾਹ ਤਾਲਾ ਸਾਡੇ ਮੁਕੱਦਰਾਂ 'ਚ ਲਿਖਦਾ ਹੈ, 2 ਚੀਜ਼ਾਂ ਸਾਨੂੰ ਦਿੰਦਾ ਹੈ। ਇੱਕ ਹੈ ਸਾਡੇ ਮੁਕੱਦਰਾਂ 'ਚ ਲਿਖਿਆ ਹੋਇਆ ਰਿਜ਼ਕ, ਦੂਸਰਾ ਹੈ ਕੋਸ਼ਿਸ਼। ਅਗਰ ਅਸੀਂ ਕੋਸ਼ਿਸ਼ ਕਰਕੇ ਰਿਜ਼ਕ ਹਾਸਲ ਕਰ ਸਕਦੇ ਹਾਂ ਤੇ ਉਹ ਬਿਲਕੁਲ ਹਾਸਲ ਹੁੰਦਾ ਹੈ ਸਾਨੂੰ। ਦੂਸਰਾ ਸਾਡੇ ਮੁਕੱਦਰਾਂ 'ਚ ਹੈ, ਅਗਰ ਅਸੀਂ ਕੋਸ਼ਿਸ਼ ਨਹੀਂ ਕਰਦੇ ਤੇ ਫਿਰ ਲੇਬਰ ਤੇ ਜਾਣ ਵਾਲਾ ਬੰਦਾ ਕਵੇ ਮੈਂ ਘਰ ਬੈਠੇ ਆਪੇ ਮੈਨੂੰ 700 ਮੈਂ ਕੀ ਮਿਹਨਤ ਕਰਾਲੇ ਚੱਕ ਕੇ ਤਸਲੇ ਚੱਕ ਕੇ ਕਮਾਉਣਾ ਆਪ ਹੀ ਆ ਜਾਏਗਾ। ਨਹੀਂ, ਉਹਦੀ ਹੈ ਕੋਸ਼ਿਸ਼। ਉਹ ਕੋਸ਼ਿਸ਼ ਕਰਕੇ ਘਰੋਂ ਚੱਲਦਾ ਹੈ, ਜਾ ਕੇ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦਾ, ਸ਼ਾਮ ਨੂੰ ਉਹਨੂੰ ਪੈਸੇ ਮਿਲਦੇ ਆ। ਇਸੇ ਤਰੀਕੇ ਨਾਲ ਅਗਰ ਅਸੀਂ ਕਿਸਮਤ ਦੇ ਉੱਤੇ ਡਿਪੈਂਡ ਕਰਕੇ ਰੁਕ ਜਾਵਾਂਗੇ ਤੇ ਫਿਰ ਸਾਨੂੰ ਫਲ ਜੋ ਮਿਲਿਆ ਇਹੀ ਮਿਲਣਾ ਹੈ। ਅਗਰ ਅਸੀਂ ਕੋਸ਼ਿਸ਼ ਕਰਕੇ ਆਪਣੀ ਮਿਹਨਤ ਨੂੰ ਬਰੂਏਕਾਰ ਲਾ ਕੇ ਉਹਦੇ ਤੇ ਅਪਲਾਈ
ਕਰਾਂਗੇ ਤੇ ਫਿਰ ਰੱਬ ਸਾਡੀ ਮਿਹਨਤ ਦਾ ਸਿਲਾ ਨਹੀਂ ਰੱਖੇਗਾ। ਅਗਰ ਤੁਸੀਂ ਇਮਾਨਦਾਰੀ ਦੇ ਮਾਮਲੇ ਵਿੱਚ ਕਿਸੇ ਵੀ ਨੇਕ ਮਕਸਦ ਵਾਸਤੇ ਇੱਕ ਇੱਟ ਚੱਕ ਕੇ ਵੀ ਸਾਈਡ ਤੇ ਕਰ ਦਿੱਤੀ ਹੈ, ਉਹ ਤੁਹਾਡਾ ਸਿਲਾ ਲਿਖਿਆ ਜਾਏਗਾ, ਉਹਦਾ ਅਜਰ ਮਿਲੇਗਾ। ਅਸੀਂ ਇਸੇ ਅਜਰ ਨੂੰ, ਇਸੇ ਮਿਸਾਲ ਨੂੰ ਦੇਖਦੇ ਆਏ ਹਾਂ ਇਸ ਪੌਦੇ ਤੇ। ਆਉਣ ਵਾਲੇ ਵਕਤ ਵਿੱਚ ਅਗਰ ਸਾਡਾ ਮਾਰਿਜ ਠਰ ਜਾਂਦਾ ਹੈ ਤੇ ਅਸੀਂ ਉਸ ਚੀਜ਼ ਨੂੰ ਇੱਥੇ ਅਪਲਾਈ ਕਰਦੇ ਹਾਂ, ਔਰ ਇਹਦਾ ਤਜਰਬਾ ਅਸੀਂ ਇਸ ਲਾਈਨ ਤੇ ਕਰ ਚੁੱਕੇ ਹਾਂ, ਔਰ ਸਾਨੂੰ ਉਹਦਾ ਨਿਮਲ ਬਦਲ ਮਿਲਿਆ। ਫਰੂਟਿੰਗ ਦੁਬਾਰਾ ਸਟਾਰਟ ਹੋਈ ਹੈ, ਲੇਟ ਹੋ ਗਏ ਹਾਂ, ਲੇਕਿਨ ਸਾਨੂੰ ਇਸ ਐਕਸਪੈਰੀਮੈਂਟ ਤੋਂ ਬਹੁਤ ਜ਼ਿਆਦਾ ਸਿੱਖਣ ਨੂੰ ਮਿਲ ਗਿਆ। ਤੇ ਅਸੀਂ ਦੇਖਾਂਗੇ ਕਿ ਅਸੀਂ ਇਸ ਪੌਦੇ ਦੇ ਉੱਤੇ ਆਉਣ ਵਾਲੀਆਂ ਹਰ ਵਾਟਰ ਸ਼ੂਟਾਂ, ਉਹ ਕਿਹੜੀਆਂ ਵਾਟਰ ਸ਼ੂਟਾਂ ਨੇ ਜਿਹੜੀਆਂ ਸਾਡੀਆਂ ਡਾਰਮੈਂਸੀ ਦੇ ਦਰਮਿਆਨ ਆ ਚੁੱਕੀਆਂ ਸੀ। मिसाल के तौर पे पत्ता शेडिंग हो गया, मुकम्मल पौधा खाली हो गया पत्ते, तो असी इसकी कटिंग की है। अल्ट्रा हाई यूनिवर्सिटी से लगा या फ्री पमाइश से लगा, यदि कोई शर्त नहीं है। अगर अल्ट्रा हाई यूनिवर्सिटी से लगा तो उसकी कटाई ज़्यादा टाइट होएगी, अगर फ्री पमाइश से लगा तो उसकी कटाई लूज होएगी। लेकिन असी अल्ट्रा हाई यूनिवर्सिटी के हिसाब नाल इनू टाइट कटाई की है। असी कीता है कि बिल्कुल इनू टाइट उपर तो भी और साइडों तो भी क्लोज किया है। ये फुटान आने तो बाद ਇਹਦੀ अपनी फुटान बहुत ज़्यादा आई और साथ साथ ਜਿਹੜੀਆਂ गैर ਜ਼ਰੂਰੀ शाखा ਜਿਹਨੂੰ ਅਸੀਂ वाटर शूट ਕਹਿੰਦੇ ਆ ਉਹ बहुत ज़्यादा ਆਈਆਂ, ਜਿਹਦੇ ਤੱਕ ਕਰਕੇ ਅਸੀਂ ਉਹਨਾਂ ਚੀਜ਼ਾਂ ਨੂੰ ਅਗਰ ਅਸੀਂ टाइम ਨਾਲ रिमूव ਕਰਦੇ ਰਹਿੰਦੇ, ਇਹ ਆਪਣਾ ਪੌਦਾ ਵੈਜੀਟੇਟਿਵ ग्रोथ ਦੀ तरफ ਨਾ ਜਾਂਦਾ, ਆਪਣੀ ਫਰੂਟਿੰਗ ਸੈਟਿੰਗ ਕਰਦਾ ਔਰ ਸਾਨੂੰ ज़्यादा ਫਰੂਟ ਹਾਸਲ ਹੁੰਦਾ। ਇਹ ਤਜਰਬਾ ਸਾਨੂੰ ਇਸ ਮੌਸਮ ਦੀ ਕਾਰਵਾਈ ਤੋਂ ਬਾਅਦ ਮਿਲਿਆ। ਇਨਸ਼ਾਅੱਲਾ ਨੈਕਸਟ ਅਗਰ ਸਾਨੂੰ ਇਹੋ ਜਿਹਾ ਮੌਸਮ ਮਿਲਦਾ ਹੈ ਤੇ ਅਸੀਂ ਇਹਦੀ ਕਟਾਈ ਤੋਂ ਬਾਅਦ ਹਰ ਆਉਣ ਵਾਲੀ ਸ਼ਾਖ ਨੂੰ ਕੱਟਦੇ ਰਵਾਂਗੇ ਔਰ ਪੌਦੇ ਦੀ ਵੈਜੀਟੇਟਿਵ ग्रोथ ਨੂੰ ਰੋਕ ਦੇਵਾਂਗੇ, ਕੁਝ ਸਪਰੇਆਂ ਕਰਕੇ, ਕੁਝ ਆਪਣੀ ਮਿਹਨਤ करके। और इंशाअल्लाह अल्लाह के फजल नाल मैनू उम्मीद है रब के घर विच कि सानू फल मिलेगा, ਉਹਦੀ जिंदा मिसाल के सानू रब ने फल दिता है। दूसरे पासे असी हुण शाख कटनी किहड़ी है, जिहड़ी मैं पिछली वीडियो पार्ट 1 विच जिक्र कीता सी, असी ये पार्ट 2 बना रहे हैं। मेरे कोल मेरी टीम है जिहड़ी इस चीज़ नू मुकम्मल फॉलो करदे हैं, इहदी कटिंग करेगी। इस टीम नू मैं समझा रहा, तुहानू भी इस चीज़ का नॉलेज दे रहा कि ताकि तुसीं इस चीज़ नू लगे फल ते असी किस चीज़ नाल कटना है। असी देखना है कि साडे कोल यह शाख है, ये शाख ਨੂੰ ਅਸੀਂ कटाई की आम हालात में डारमेंसी के दिनों ये जो शाखा निकलियाँ ये एक निकली वाटर शूट, 2 निकलियाँ साड़ियाँ फ्रूट वालियाँ। असी वाटर शूट में रिमूव कर देंगे, साढ़े को फ्रूट वाली शाख बकाया बच जाएगी। दूसरी साढ़े को शाख आ जाती है वाटर शूट, 90 डिग्री वाली शाख ही वाटर शूट नहीं होंगी। हर कच्ची जिन्हों कच्चा गुला कहा जाता वो भी वाटर शूट होंगी, हो सकता लैफ्ट साइड में भी होवे, राइट भी होवे। असी इस शाख के कोलों यह फलदार शाख तस्वर करांगे, इस शाख को असी रिमूव कर देंगे। इसका कलर ये बहुत ज़्यादा डिफरेंट है, इनू असी फेंक देंगे। इस तरीके नाल इस शाख के विचों निकलने वाली यह वाटर शूट है, इनू असी रिमूव कर देंगे और यह साड़ी नैक्सट आने वाले वक्त वास्ते फलदार शाख बन जाएगी। इस तरीके नाल यह 2 शाखा के इनू असी वाटर शूट तस्वर करांगे, यह साड़ी फलदार शाख होगी। फलदार शाख के उपर पत्ते का साइज़, पत्ते की रंगत और शाख का जो कलर है वो डिफरेंट होएगा। वाटर शूट छोटी शाख चो बड़ी निकलेगी, जो फल वाली शाख है ये अपनी जिस तरह नैचुरल वाइज शाखा निकलती उस तरह निकलेगी। इस तरीके नाल इस शाख के उपर यह साढ़े कोल 2 वाटर शूटा ने, तीसरी का आगाज़ हो चुका है। ये नाल सब तो जो मेन चीज़ है असी वाटर शूट रिमूव करते हैं, ये ध्यान रखना है कि असी जी अपनी फलदार शाख है इनू डैमेज नहीं करना, इनू कट्टन लगे इनू कटर भी ना लगे ताकि वो अपना कोई भी फंगस वगैरह का आगाज़ ना कर सके। असी वाटर शूट नू इस तरीके नाल कटांगे, रगड़ के कटांगे, इस नाल दी शाख नू पता भी ना चले और साड़ी वाटर शूट खत्म हो जाए। यह साढ़े कोल फलदार शाखा बच गई। असी इन्हां 3 शाखा तो भी वाटर शूट का इंतखाब करना और बाकी शाख अपनी छड्डनी है। यह असी वाटर शूट नू खत्म करता है, यह फलदार शाख बच गई है। इस तरीके नाल जिस एंगल तो शाख निकली है तुसी कटर अपना उस एंगल ते जाके उन्होंने कटना वा ताकि उन्होंने धक्केशाही भी ना होवे और तुहाडी शाख भी आराम नाल कट हो जाए और दूसरी शाखा को भी पता ना चले। इस तरीके नाल इस शाख का एंगल जिहड़ा वा अंदरली साइड तो असी इस कटर को अंदरली साइड तो गुजार के इस वाटर शूट को रिमूव कर देंगे। इस एरिए तुहानूं हुण लगदा होएगा कि कोई वाटर शूट नहीं रही। अगले पासे आवांगे इस शाख के उत्ते, इस शाख के नाल यह वाटर शूट के नाल एक फ्रूट वाली शाख है, वाटर शूट रिमूव कर देंगे, पौधा इत्थे फ्रूट वाली शाखा के उत्ते रह जाएगा। इस तरीके नाल ही मेरे सामने 2 शाखा ने, इन्होंने असीं रिमूव कर देंगे। उस तो इलावा बाकी शाखा जिन्नियां होणगियां साड़ियां फ्रूट वाली शाखा होणगियां। इस शाख के उपर 2 वाटर शूटा ने, एक इधर मिल रही है और एक सानू मिली है इत्थे, इनू असीं रिमूव कर देंगे। यह देखो जी एक गलती हो गई मेरे कोल, यह वाटर शूट रिमूव कर दिया, मैं फलदार शाख कटती है। यह चीज़ का खास ख्याल रखना। मेरी निगाह ते ओले सी, असीं इनू कट बैठे हैं, पौधे का नुकसान भी होया, साडा नुकसान भी होया।
ठीक हो गया। इस करके असी कोशिश कर रही हैं कि पौधे नूं नीचे झुकाओ आराम नाल और वाटर शूट नूं सिर्फ रिमूव करो। बाकी तुहाडे कोल इस साइड दे उपर हुण इस टाइम तमाम दी तमाम फलदार शाखां ने और इंशाअल्लाह नैक्सट टाइम ये फल दे उत्ते आ जाणगियां और हो सके तो साडी कटाई तो बाद फंजीसाइड स्प्रे करन तो बाद भी आणगियां। इस तरीके नाल ही इस साइड दे वाटर शूट ने असी हर निकलण वाली शाख नूं वाटर शूट जिहड़ी आ कट्टी जावांगे तो फलदार शाखां छड्डी जावांगे। इस तरीके नाल ही छोटी शाख चों बड़ी शाख जिहड़ी निकली वो वाटर शूट है। यह क्लीयर हो गया जी पौधा। इस तरीके नाल ही अगर असी चलांगे अपनी फलदार शाख नूं छड्ड के वाटर शूट कट दांगे। वाटर शूट साडे कोल रेज़ बेड बनया है ऊपर शिफ्ट कर दांगे, जो पत्ता गिरेगा इसकी खुराक बन जाएगी। अगर तुहाडे पत्ते ते उत्ते बैक्टीरियल ब्लाइट दे निशान है फिर इन कोशिश करो चक के साइड ते जला दो। ऐसी अज दी वीडियो पार्ट 2 सी उस वीडियो का उहदा मैं तुहानूं रिजल्ट दिखाया। ਇਹਦੇ ਵਿੱਚ मैं तुहानूं एक्सपैरीमेंट करके दिता। यह साडी टीम इंशाअल्लाह इसनूं क्लीयर करेगी। उस तो बाद एक छोटा जिहा क्लिप मैं जरूर भेजांगा कि साडा बाग हुण किस तरह लग रहा है। यह उपर नूं निकलियां होईयां शाखां एक बाग दी पौधे की शेप नूं बिल्कुल डिस्टर्ब करदियां होइयां इहनूं बेढंगा बनांदियां होइयां उपर निकल जाणगियां। अगर असीं इहनूं बर वक्त कटांगे ना फिर इतनियां बड़ियां हो जाणगियां ते ना तो सानूं यह फलदार शाख छड्डण दा मौका मिलेगा। जदों असीं आरी चलावांगे फिर वो आरी जिहड़ी है इन्हां शाखां नाल खैस करके उन्हां नूं मुतासर करेगी, फिर साडा डैमेज होने का ज़्यादा नुकसान होएगा। इनू सरसोक का मसला पैदा होने का डर हो जाएगा। इस करके असी हुणे ही इनू कवर करांगे, बल्कि असी लेट हो गए हैं। असी मौसम के तमाशे देखते रहे हैं। अगर मौसम गर्म हो जाता टाइम ना तो फिर वाटर शूट इन्नी तेज़ी नाल नहीं सी बनना। मौसम का अप डाउन रहा, रात का टैंपरेचर 18 तो भी घट रहा वा मार्च में, और अप्रैल दे विच मार्च वाला समा बनया रहा। इस करके इस वाटर शूट नूं वधन का मौका मिल गया। असी इनू टाइम सिर कटते रहांगे तो साडा पौधा फ्रूटिंग की तरफ रहेगा। अगर असीं इहनूं छोड़ देंगे तो फिर वैजीटेटिव ग्रोथ की तरफ जाएगा। ऐसी अज की इन्फॉर्मेशन जिहड़ी मैं अपने तजर्बे नाल हासिल की और तुहाडे तक डिलीवर की। मेरी कोशिश, मेरे चैनल की कोशिश, शाकर किसान टिप्स चैनल की हमेशा काविश ये रही है कि अपने तजर्बात जितों मैनूं फ़ायदा मिलिया मैं अपने दोस्तों तक पहुँचावां, अपने उन किसान वीरां तक पहुँचावां जिहड़े इस शोबे नाल जुड़े हुए हैं, ताकि उन्हां दा भी फ़ायदा होवे। आने वाले वक्त में किसी भी मुश्किलात तो बचने वास्ते इस चीज़ नूं अपना के अपने आप नूं फ्रूट की तरफ इस पौधे नूं लैके जा सकन और अल्लाह की तरफों इंशाअल्लाह तुहानूं फ्रूट मिलेगा, क्योंकि कोशिश साडी है। अल्लाह ताला ने हम सिला देना सानूं। ते अज दी वीडियो मैं इत्थे खत्म करदा। साडी टीम और कैमरा मैनू इजाजत दिओ। शाकर किसान टिप्स चैनल नूं अगे शेयर करते रहो, ग्रुपां में शेयर किया करो, दोस्तों तक शेयर किया करो, ताकि हर तक ये इन्फॉर्मेशन पहुँच सके। वीडियो देखने का बहुत बहुत शुक्रिया। हंसते रहो, वसदे रहो। अस्सलाम वालेकुम।